क्लास 9th एंड 10th ਦੀ ਅੱਜ ਅਸੀਂ ਇੱਕ ਪੋਇਮ ਸਟੱਡੀ ਕਰਾਂਗੇ ਜਿਸ ਦਾ ਟਾਈਟਲ ਹੈ ਡੈਥ ਦਾ ਲੈਵਲਰ। ਜਿਹੜੀ ਮੌਤ ਹੈ ਉਹ ਕਿਵੇਂ ਲੈਵਲ ਕਰਦੀ ਹੈ ਸਾਰਿਆਂ ਉੱਚਿਆਂ ਨੀਵਿਆਂ ਨੂੰ, ਗਰੀਬ ਅਮੀਰ ਨੂੰ, ਤਾਕਤਵਰ ਨੂੰ ਜਾਂ ਕਮਜ਼ੋਰ ਨੂੰ। ਮੌਤ ਜਿਹੜੀ ਆ ਇਹ ਕਿਸੇ ਨਾਲ ਪੱਖਪਾਤ ਨਹੀਂ ਕਰਦੀ, ਇਹ ਸਾਰਿਆਂ ਦੇ ਲਈ ਇੱਕੋ ਜਿਹਾ ਵਿਹਾਰ ਕਰਦੀ ਆ। ਸੋ ਇਸ ਪੋਇਮ ਨੂੰ ਬੱਚਿਓ ਲਿਖਿਆ ਰਾਈਟਰ ਦਾ ਨਾਮ, ਪੋਇਟ ਦਾ ਨਾਮ ਹੈ ਜੇਮਸ ਸ਼ਰਲੇ, ਜਿਹੜੇ ਕਿ ਇੱਕ ਇੰਗਲਿਸ਼ ਪੋਇਟ ਹੋਏ ਨੇ। 1596 ਦੇ ਵਿੱਚ ਇਹਨਾਂ ਦਾ ਬਰਥ ਲੰਡਨ ਦੇ ਵਿੱਚ ਹੋਇਆ। ਸੋ ਆਪਾਂ ਸਟੱਡੀ ਸ਼ੁਰੂ ਕਰਦੇ ਹਾਂ ਪੋਇਮ ਦੀ ਡੈਥ ਦਾ ਲੈਵਲਰ। ਔਰ ਇਸ ਤੋਂ ਪਹਿਲਾਂ ਕਿ ਆਪਾਂ ਸਟੱਡੀ ਸ਼ੁਰੂ ਕਰੀਏ, ਇਹਦੀ ਐਕਸਪਲੇਨੇਸ਼ਨ ਸ਼ੁਰੂ ਕਰੀਏ, ਜਿਨ੍ਹਾਂ ਸਟੂਡੈਂਟਸ ਨੇ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ। ਠੀਕ ਹੈ ਜੀ। ਸੋ ਇਹਦੇ ਵਿੱਚ ਪੋਇਟ ਕੀ ਕਹਿੰਦਾ? ਪੋਇਟ ਕਹਿੰਦਾ ਕਿ ਬਹੁਤ ਸਾਰੇ ਸੰਸਾਰ ਦੇ ਵਿੱਚ ਐਸੇ ਲੋਕ ਨੇ ਜਿਹੜੇ ਆਪਣੀ ਤਾਕਤ 'ਤੇ, ਪੈਸੇ 'ਤੇ ਮਾਣ ਕਰਦੇ ਆ, ਰਾਜ ਸੱਤਾ 'ਤੇ, ਆਪਣੀ ਜਿਹੜੀ ਪੋਲੀਟੀਕਲ ਪਾਵਰ ਹੈ ਉਹਦੇ 'ਤੇ ਮਾਣ ਕਰਦੇ ਆ, ਪਰੰਤੂ ਭੁੱਲ ਜਾਂਦੇ ਆ ਕਿ ਆਖਰ ਮੌਤ ਸਾਰਿਆਂ ਨੂੰ ਆਉਣੀ ਆ। ਜਦੋਂ ਮੌਤ ਆਉਣੀ ਹੈ ਨਾ, ਅਤੇ ਉਦੋਂ ਮੌਤ ਨੇ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਨਾ ਕਿ ਇਹ ਗਰੀਬ ਆ, ਇਹਨੂੰ ਪਹਿਲਾਂ ਮੌਤ ਆ ਜਾਵੇ, ਜਾਂ ਅਮੀਰ ਆ ਜਾਂ ਤਾਕਤਵਰ ਆ ਅਤੇ ਇਹਨੂੰ ਸ਼ਾਇਦ ਨਾ ਆਵੇ। ਸੋ ਕਹਿੰਦਾ ਪੋਇਟ, ਦ ਆਈਡੀਆ ਕਨਵੇਡ ਬਾਈ ਦ ਪੋਇਟ ਇਨ ਦਿਸ ਪੋਇਮ ਇਜ਼ ਦੈਟ ਡੈਥ ਇਜ਼ ਗ੍ਰੇਟ ਲੈਵਲਰ। ਆਈਡੀਆ, ਸੈਂਟਰਲ ਆਈਡੀਆ ਜਿਹੜਾ ਉਹ ਪੋਇਟ ਨੇ ਇਹਦੇ 'ਚ ਕੀ ਦੱਸਿਆ ਕਿ ਡੈਥ ਇਜ਼ ਗ੍ਰੇਟ ਲੈਵਲਰ। ਜਿਹੜੀ ਮੌਤ ਹੈ ਨਾ, ਉਹ ਲੈਵਲ ਕਰਨ ਵਾਲੀ ਚੀਜ਼ ਨੂੰ ਲੈਵਲਰ ਬੋਲਦੇ ਆ। ਜਿਹੜੀ ਚੀਜ਼ ਲੈਵਲ ਕਰਦੇ ਨਾ, ਸਾਰਿਆਂ ਨੂੰ ਬਰਾਬਰ ਕਰ ਦਿੰਦੀ ਹੈ, ਲੈਵਲ ਕਰਨ ਵਾਲੀ ਕੋਈ ਵੀ ਚੀਜ਼ ਉਹਨੂੰ ਲੈਵਲਰ ਬੋਲਦੇ ਆ। ਸੋ ਡੈਥ ਜਿਹੜੀ ਹੈ ਗ੍ਰੇਟ ਲੈਵਲਰ ਆ, ਐਨ ਪੱਧਰਾ ਕਰਕੇ ਰੱਖ ਦਿੰਦੀ ਹੈ, ਊਚ ਨੀਚ ਦਾ ਬਿਲਕੁਲ ਨਹੀਂ ਕਰਦੀ, ਖਿਆਲ ਨਹੀਂ ਕਰਦੀ, ਹਰੇਕ ਨਾਲ ਇੱਕੋ ਜਿਹਾ ਵੈਰ ਕਰਦੀ। ਇਟ ਡਜ਼ ਨਾਟ ਹੈਵ ਐਨੀ ਪ੍ਰੈਜੂਡਿਸ, ਪੱਖਪਾਤ। ਇਹ ਕਿਸੇ ਨਾਲ ਵੀ ਪੱਖਪਾਤ ਵੱਲ ਦਾ, ਫਾਰ ਜਾਂ ਅਗੇਂਸਟ, ਕਿਸੇ ਵੱਲ ਦੀ ਗੱਲ ਨਹੀਂ ਕਰਦੀ ਜਾਂ ਕਿਸੇ ਦੇ ਅਗੇਂਸਟ ਨਹੀਂ ਗੱਲ ਕਰਦੀ। ਨਾ ਇਹ ਕਿਸੇ ਕਿੰਗ ਵੱਲ ਦੀ, ਨਾ ਇਹ ਕਿਸੇ ਕੰਗਾਲ ਵੱਲ ਦੀ ਗੱਲ ਕਰਦੀ ਆ। ਦ ਮਾਈਟੀ ਔਰ ਵੀਕ, ਨਾ ਤਾਕਤਵਰ ਦੀ ਪੱਖਪਾਤ ਕਰਦੀ ਹੈ, ਨਾ ਕਮਜ਼ੋਰ ਦਾ ਪੱਖਪਾਤ ਕਰਦੀ ਹੈ, ਨਾ ਹੀ ਦ ਰਿਚ ਔਰ ਦ ਅਮੀਰ ਗਰੀਬ ਦਾ ਵੀ ਪੱਖਪਾਤ ਨਹੀਂ ਕਰਦੀ। ਮਤਲਬ ਕਿ ਚਾਹੇ ਅਮੀਰ ਹੋਵੇ, ਚਾਹੇ ਗਰੀਬ ਹੋਵੇ, ਚਾਹੇ ਰਾਜਾ ਹੋਵੇ, ਚਾਹੇ ਰੰਕ ਹੋਵੇ, ਚਾਹੇ ਰਿਚ ਹੋਵੇ, ਪੂਰ ਹੋਵੇ, ਕੋਈ ਵੀ ਹੋਵੇ, ਤਾਕਤਵਰ ਹੋਵੇ, ਕਮਜ਼ੋਰ ਹੋਵੇ, ਮੌਤ ਸਾਰਿਆਂ ਨਾਲ ਇੱਕੋ ਜਿਹਾ ਵੈਰ ਕਰਦੀ, ਕਦੀ ਵੀ ਪੱਖਪਾਤ ਨਹੀਂ ਕਰਦੀ। ਆਲ ਬੋ ਬਿਫੋਰ ਡੈਥਸ ਪਾਵਰ, ਸਾਰੇ ਜਿਹੜੇ ਆ ਮੌਤ ਦੀ ਸ਼ਕਤੀ ਦੇ ਅੱਗੇ ਝੁਕ ਜਾਂਦੇ ਆ। ਐਵਰੀ ਵਨ ਹੈਜ਼ ਟੂ ਯੀਲਡ ਐਂਡ ਸਬਮਿਟ ਬਿਫੋਰ ਦ ਮਾਈਟ ਆਫ ਡੈਥ। ਸਾਰਿਆਂ ਨੂੰ ਹੀ ਹੱਥ ਖੜੇ ਕਰਨੇ ਪੈ ਜਾਂਦੇ ਆ। ਡੈਥ ਦੇ ਸਾਹਮਣੇ ਸਾਰੇ ਹੀ ਹੱਥ ਖੜੇ ਕਰ ਜਾਂਦੇ ਆ, ਸਰੈਂਡਰ ਕਰ ਜਾਂਦੇ ਆ। ਹੈਂਸ ਮੈਨ ਸ਼ੁੱਡ ਨਾਟ ਬੀ ਪ੍ਰਾਊਡ ਆਫ ਹਿਜ਼ ਗ੍ਰੇਟ ਡੀਡਸ। ਇਸੇ ਕਰਕੇ ਬੰਦੇ ਨੂੰ, ਇਨਸਾਨ ਨੂੰ, ਆਪਣੇ ਜਿਹੜੇ ਕੰਮ ਕੀਤੇ ਆ, ਮੈਂ ਬੜੀ ਸ਼ੇਖੀਆਂ ਮਾਰੀਆਂ, ਮੈਂ ਸੰਸਾਰ ਦੇ ਵਿੱਚ ਇੰਨਾ ਤਾਕਤ ਹੈ ਮੇਰੇ ਕੋਲ, ਇੰਨਾ ਕੁਛ ਹੈ, ਉਹਨਾਂ ਚੀਜ਼ਾਂ 'ਤੇ ਕਹਿੰਦੇ ਪ੍ਰਾਊਡ, ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਆਖਰ ਇਹਨਾਂ ਸਾਰੀਆਂ ਚੀਜ਼ਾਂ ਨੇ ਇੱਕ ਦਿਨ ਇਸ ਸੰਸਾਰ 'ਚੋਂ ਮਿਟ ਜਾਣਾ। ਪੋਇਮ ਸਟਾਰਟ ਕਰਦੇ ਕਹਿੰਦੇ, ਦ ਗਲੋਰੀਜ਼ ਆਫ ਆਵਰ ਬਲੱਡ ਐਂਡ ਸਟੇਟ ਆਰ ਸ਼ੈਡੋਜ਼ ਨਾਟ ਸਬਸਟੈਂਸ਼ੀਅਲ ਥਿੰਗਸ। ਦੇਰ ਇਜ਼ ਨੋ ਆਰਮਰ ਅਗੇਂਸਟ ਫੇਟ, death lays his icy hand on kings. The glories of our blood and state. ਸਾਡੇ ਚੋਂ ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਆਪਣੇ ਖਾਨਦਾਨ 'ਤੇ, ਆਪਣੀ ਜਾਤ 'ਤੇ ਗਰਵ ਕਰਦੇ ਹੋਣਗੇ, ਮਾਣ ਕਰਦੇ ਹੋਣਗੇ, ਹੰਕਾਰ ਕਰਦੇ ਹੋਣਗੇ, ਜਾਂ ਆਪਣੀ ਤਾਕਤ 'ਤੇ ਮਾਣ ਕਰਦੇ ਹੋਣਗੇ, ਪੋਲੀਟੀਕਲ ਤਾਕਤ। ਇਹ ਸਾਰੀਆਂ ਗਲੋਰੀਜ਼ ਜਿਹੜੀਆਂ ਨੇ, ਸਾਰੀਆਂ ਸ਼ਾਨਾਂ ਜਿਹੜੀਆਂ ਨੇ, ਇਹ ਕਹਿੰਦੇ ਝੂਠੀਆਂ ਨੇ। ਇਹ ਸਦਾ ਸਥਿਰ ਰਹਿਣ ਵਾਲੀਆਂ ਚੀਜ਼ਾਂ ਨਹੀਂ, ਇਹ ਤਾਂ ਪਰਛਾਵੇਂ ਮਾਤਰ ਨੇ। ਨਾਟ ਸਬਸਟੈਂਸ਼ੀਅਲ ਥਿੰਗਸ, ਇਹ ਪੱਕੀਆਂ ਰਹਿਣ ਵਾਲੀਆਂ, ਸਥਿਰ ਰਹਿਣ ਵਾਲੀਆਂ ਚੀਜ਼ਾਂ ਨਹੀਂ, ਕੋਈ ਖਾਸ ਰਿਮਾਰਕੇਬਲ ਚੀਜ਼ਾਂ ਨਹੀਂ। ਦੇਰ ਇਜ਼ ਨੋ ਆਰਮਰ ਅਗੇਂਸਟ ਫੇਟ, ਕਿਸਮਤ ਦੇ ਅੱਗੇ ਮੌਤ ਤੋਂ ਬਚਾਉਣ ਦੇ ਲਈ
ਸਾਡੇ ਕੋਲ ਕੋਈ ਆਰਮਰ, ਕੋਈ ਐਸੀ ਸ਼ੀਲਡ, ਕੋਈ ਐਸੀ ਢਾਲ ਨਹੀਂ ਹੈਗੀ ਜਿਹਨੂੰ ਅਸੀਂ ਪਹਿਨ ਕੇ ਕੋਈ ਐਸੀ ਜੈਕਟ ਬੁਲਟ ਪ੍ਰੂਫ ਪਾ ਲਈਏ ਤੇ ਫਿਰ ਸਾਨੂੰ ਮੌਤ ਨਹੀਂ ਆਊਗੀ। ਐਸੀ ਕੋਈ ਵੀ ਚੀਜ਼ ਹੈ ਨਹੀਂ। ਦੇਰ ਇਜ਼ ਨੋ ਆਰਮਰ ਅਗੇਂਸਟ ਫੇਟ, ਡੈਥ ਲੇਜ਼ ਹਿਜ਼ ਆਈਸੀ ਹੈਂਡ ਔਨ ਦ ਕਿੰਗਸ। ਤੇ ਮੌਤ ਜਿਹੜੀ ਹੈ ਜਦੋਂ ਸਮਾਂ ਆਉਂਦਾ ਨਾ, ਫਿਰ ਇਹ ਵੱਡੇ ਵੱਡੇ ਰਾਜਿਆਂ ਦੇ ਉੱਤੇ ਆਪਣਾ ਠੰਡਾ ਯੱਖ ਹੱਥ ਰੱਖ ਦਿੰਦੀ ਆ ਤੇ ਉਹਨਾਂ ਨੂੰ ਵੀ ਇਸ ਸੰਸਾਰ ਦੇ ਵਿੱਚੋਂ ਆਖਰ ਜਾਣਾ ਪੈਂਦਾ। ਚਾਹੇ ਉਹ ਕਿੱਡੇ ਵੱਡੇ ਖਾਨਦਾਨ ਦੇ ਲੋਕ ਹੋਣ, ਚਾਹੇ ਕਿੰਨੀ ਵੀ ਤਾਕਤ ਵਾਲੇ ਲੋਕ ਹੋਣ, ਇਹ ਸਾਰੇ ਕਵੀ ਕਹਿੰਦਾ ਕਿ ਸਾਰੇ ਸ਼ੈਡੋਜ਼ ਆ, ਪਰਛਾਵੇਂ ਆ, ਬਿਲਕੁਲ ਨਾਸ਼ਵਾਨ ਚੀਜ਼ਾਂ ਨੇ। ਸੈਪਟਰ ਐਂਡ crown must tumble down and in the dust be culminated with the poor crooked scythe and spade। scepter and crown, ਸੈਪਟਰ ਕਹਿੰਦੇ ਆ ਜਿਹੜੀ ਇੱਕ ਰਾਜੇ ਦੇ ਕੋਲ ਇੱਕ ਛੜੀ ਹੁੰਦੀ ਹੈ ਨਾ, ਇਸ ਚੀਜ਼ ਦੀ ਨਿਸ਼ਾਨੀ ਸਿੰਬਲ ਦੇ ਤੌਰ ਤੇ ਕਿ ਇਹ ਰਾਜਾ ਵਾ, ਇਹਦੇ ਕੋਲ ਅਥਾਰਟੀ ਆ, ਇਹਦੇ ਕੋਲ ਪਾਵਰ ਆ, ਇਹਦੇ ਕੋਲ ਪ੍ਰਭੂ ਸੱਤਾ ਵਾ। ਉਸ ਚੀਜ਼ ਨੂੰ ਵਿਖਾਉਣ ਵਾਸਤੇ ਜਿਹੜੀ ਛੜੀ ਹੁੰਦੀ ਉਹਦੇ ਕੋਲ ਖਾਸ, ਜਾਂ ਕਰਾਊਨ, ਜਾਂ ਉਹਦੇ ਸਿਰ ਤੇ ਪਹਿਨਿਆ ਤਾਜ ਜਿਹੜਾ, ਮਸਟ ਟੰਬਲ ਡਾਊਨ, ਆਖਰ ਇੱਕ ਦਿਨ ਇਹਨਾਂ ਨੇ ਟੰਬਲ ਡਾਊਨ, ਡਿੱਗ ਪੈਣਾ, ਖਤਮ ਹੋ ਜਾਣਾ। ਇਹ ਸਾਰੀਆਂ ਚੀਜ਼ਾਂ ਇਹ ਰਹਿਣੀਆਂ ਨਹੀਂ, ਇਹ ਰਹਿਣੀਆਂ ਨਹੀਂ। ਐਂਡ ਇਨ ਦ ਡਸਟ ਵੀ ਇਕੁਅਲ ਮੇਡ, ਤੇ ਘੱਟੇ ਦੇ ਵਿੱਚ, ਅਖੀਰ ਇਹਨਾਂ ਘੱਟੇ ਦੇ ਵਿੱਚ ਬਰਾਬਰ ਹੋ ਜਾਣਾ, ਖਤਮ ਹੋ ਜਾਣਾ। with the poor crooked scythe and spade, ਜਿਹੜੀ ਗਰੀਬ ਦੇ ਕੋਲ ਜਿਹੜੀ ਦਾਤਰੀ ਆ ਜਾਂ ਉਹਦੀ ਕਹੀ ਆ, ਜਿਹੜੀ ਚਲਾਉਂਦੇ ਆ ਨਾ ਗਰੀਬ, ਉਹ ਜਿਹੜੀ ਜ਼ਮੀਨ ਦੇ ਵਿੱਚ ਮਰ ਕੇ, ਜਿਹੜੀ ਜ਼ਮੀਨ 'ਚ ਉਹ ਇੱਕ ਹੋ ਗਏ ਨਾ, ਮਿੱਟੀ ਦੇ ਨਾਲ ਖਤਮ ਹੋ ਗਏ ਆ, ਉਹਨਾਂ ਦੇ ਨਾਲ ਹੀ ਰਾਜੇ ਦੇ ਕਰਾਊਨ ਨੇ ਵੀ, ਰਾਜੇ ਦੇ ਉਸ ਸੈਪਟਰ ਨੇ ਵੀ ਮਿੱਟੀ ਦੇ ਵਿੱਚ ਇੱਕ ਹੋ ਜਾਣਾ। ਜਿਵੇਂ ਗਰੀਬ ਦੀ ਦਾਤਰੀ ਜਾਂ ਕਈ ਉਹਦੇ ਨਾਲ ਮਿੱਟੀ ਦੇ ਵਿੱਚ ਇੱਕ ਹੋ ਜਾਂਦੀ ਨਾ ਕਬਰ ਦੇ ਵਿੱਚ। ਕਹਿਣ ਦਾ ਭਾਵ ਇਹ ਕਿ ਚਾਹੇ ਰਾਜਾ ਹੋਵੇ, ਚਾਹੇ ਰੰਕ ਹੋਵੇ, ਸਾਰਿਆਂ ਨੇ ਆਖਰ ਇੱਕ ਦਿਨ ਇਸ ਮਿੱਟੀ ਵਿੱਚ ਮਿਲ ਜਾਣਾ, ਬਰਾਬਰ ਹੋ ਜਾਣਾ, ਕੋਈ ਊਚ ਨੀਚ ਨਹੀਂ ਰਹਿਣੀ। Some men with sword may reap the field and plant fresh laurel where they kill, but their strong nerves at last must yield. They tame but one another still. Some men with sword may reap the field। ਕੁਛ ਲੋਕ ਜਿਹੜੇ ਆ ਉਹ ਕਰ ਸਕਦੇ ਆ, ਜਿੱਤਾਂ ਪ੍ਰਾਪਤ ਕਰ ਸਕਦੇ ਆ। ਕਾਹਦੇ ਨਾਲ? ਤਲਵਾਰ ਨਾਲ। ਤਲਵਾਰ ਨਾਲ ਦੂਸਰਿਆਂ ਨੂੰ ਮਾਰ ਕੇ ਜਿੱਤਾਂ ਪ੍ਰਾਪਤ ਕਰ ਸਕਦੇ ਆ। ਐਂਡ ਪਲਾਂਟ ਫਰੈਸ਼ ਲਾਰਲ ਵੇਅਰ ਦੇ ਕਿਲ, ਤੇ ਉੱਥੇ ਉਹ ਆਪਣੇ ਜਿੱਤ ਦੇ ਨਵੇਂ ਬੂਟੇ ਲਗਾ ਸਕਦੇ ਆ, ਨਵੇਂ ਫੁੱਲਾਂ ਦੇ ਬੂਟੇ ਲਗਾ ਸਕਦੇ ਜਿੱਥੇ ਉਹਨਾਂ ਨੇ ਮਾਰਿਆ। ਵੇਖੋ, ਜਿੱਥੇ ਉਹਨਾਂ ਨੇ ਦੂਜਿਆਂ ਨੂੰ ਮਾਰਿਆ, ਦੂਜਿਆਂ ਨੂੰ ਮਾਰ ਕੇ ਤਲਵਾਰ ਦੇ ਨਾਲ ਜਿੱਤ ਪ੍ਰਾਪਤ ਕਰਕੇ, ਮਾੜੇ ਦੇ ਉੱਤੇ ਤਕੜੇ ਨੇ ਜਿੱਤ ਪ੍ਰਾਪਤ ਕੀਤੀ, ਉੱਥੇ ਉਹਨੂੰ ਮਾਰ ਕੇ ਖਤਮ ਕੀਤਾ, ਉਹਦਾ ਖੂਨ ਹੋਇਆ, ਉੱਥੇ ਉਹ ਆਪਣੇ ਜਿੱਤਾਂ ਦੇ ਝੰਡੇ ਗੱਡ ਸਕਦੇ ਆ, ਸਕਦੇ ਆ। ਬਟ ਦੇਅਰ ਸਟਰੋਂਗ ਨਰਵਸ ਐਟ ਲਾਸਟ ਮਸਟ ਯੀਲਡ, ਤੇ ਅਖੀਰ ਕੀ ਹੋਣਾ? ਐਟ ਲਾਸਟ ਅਖੀਰ ਕੀ ਹੋਣਾ? ਉਹਨਾਂ ਨੂੰ ਕਰਨਾ ਹੀ ਪੈਣਾ। ਕੀ ਕਰਨਾ ਪੈਣਾ? ਸਰੈਂਡਰ, ਹੱਥ ਖੜੇ ਕਰਨੇ ਹੀ ਪੈਣੇ ਆ, ਖਤਮ ਹੋ ਹੀ ਜਾਣਾ। ਕਿੰਨਾਂ ਨੇ? ਉਹਨਾਂ ਦੀਆਂ ਸਟਰੋਂਗ ਨਰਵਸ ਜਿਹੜੀਆਂ ਸੀ ਨਾ, ਉਹਨਾਂ ਦੇ ਡੌਲਿਆਂ ਦੇ ਵਿੱਚ ਜਾਨ ਬਹੁਤ ਸੀ, ਜਿਨ੍ਹਾਂ ਨੇ ਤਲਵਾਰ ਵਾਹੀ ਬੜੀ ਹੈ। ਉਹ ਤਲਵਾਰਾਂ ਨੂੰ ਵਾਹੁਣ ਵਾਲੇ ਡੌਲਿਆਂ ਨੇ ਆਖਰ ਖਤਮ ਹੋ ਜਾਣਾ। ਉਹਨਾਂ ਦੀ ਜਿਹੜੀ ਸੀ ਉਹਦੀ ਸ਼ਕਤੀ ਸੀਗੀ ਉਹਨਾਂ ਦੇ ਡੌਲਿਆਂ ਦੇ ਵਿੱਚ, ਬਾਹਾਂ ਦੇ ਵਿੱਚ ਤਲਵਾਰ ਨੂੰ ਚਲਾਉਣ ਵਾਲੀ, ਉਹਨੇ ਖਤਮ ਹੋ ਜਾਣਾ। ਐਟ ਲਾਸਟ ਮਸਟ ਯੀਲਡ, ਉਹਨਾਂ ਨੇ ਖਤਮ ਹੋ ਜਾਣਾ। ਦੇ ਟੇਮ ਬਟ ਐਨ ਅਦਰ ਸਟਿਲ, ਕਹਿੰਦੇ ਦੇ ਟੇਮ, ਦੂਸਰਿਆਂ ਨੂੰ ਤੇ ਝੁਕਾ ਸਕਦੇ ਆ ਤਲਵਾਰ ਦੇ ਜ਼ੋਰ ਨਾਲ, ਬਟ ਐਨ ਅਦਰ ਸਟਿਲ, ਕੋਈ ਐਸੀ ਚੀਜ਼ ਹੋਰ ਵੀ ਹੈਗੀ ਜਿਹੜੀ ਅਜੇ ਵੀ ਸਟਿਲ ਆ, ਜਿਹਨੂੰ ਉਹ ਹਰਾ ਨਹੀਂ ਸਕਦੇ। ਉਹ ਕੀ ਆ? ਦਿਸ ਇਜ਼ ਡੈਥ। ਐਨ ਅਦਰ ਸਟਿਲ, ਇਹ ਉਹ ਚੀਜ਼ ਆ ਜਿਹਨੂੰ ਉਹ ਤਲਵਾਰ ਦੇ ਜ਼ੋਰ ਨਾਲ ਕਿਸੇ ਚੀਜ਼ ਨਾਲ ਵੀ ਹਰਾ ਨਹੀਂ ਸਕਦੇ। Early or late they stoop to fate and must give up their murmuring breathe when they pale captive creep to death। ਇਹਨੂੰ ਅਸੀਂ
अगेन पढ़ते हैं, अर्ली और लेट दे स्टूप टू फेट एंड मस्ट गिव अप देयर मर्मरिंग ब्रेथ when they pale captive creep to death. अर्ली और लेट, ਅੱਜ ਜਾਂ ਸਵੇਰੇ, ਦੇ ਸਟੂਪ ਟੂ ਫੇਟ, ਆਖਰ ਉਹਨਾਂ ਨੂੰ ਇਹਦੇ ਸਾਹਮਣੇ ਜ਼ਿੰਦਗੀ ਦੀ ਜਿਹੜੀ ਹੈ ਨਾ ਕਿਸਮਤ, ਉਹਨੇ ਜੋ ਪ੍ਰਮਾਤਮਾ ਨੇ ਲੇਖ ਲਿਖਿਆ ਇਨਸਾਨ ਦੇ, ਉਹਨਾਂ ਦੇ ਸਾਹਮਣੇ ਝੁਕਣਾ ਹੀ ਪੈਣਾ। अर्ली और लेट, ਲੇਟਰ ਔਰ ਸੂਨਰ, ਅੱਜ ਜਾਂ ਸਵੇਰੇ, ਠੀਕ ਹੈ ਜੀ। ਉਹਨਾਂ ਨੂੰ ਇਹ ਕਰਨਾ ਹੀ ਪੈਣਾ। ਐਂਡ ਮਸਟ ਗਿਵ ਅਪ, ਛੱਡ ਦੇਣਾ, ਜ਼ਰੂਰ ਛੱਡ ਦੇਣਾ। ਉਹਨਾਂ ਨੇ ਕੀ ਛੱਡ ਦੇਣਾ? ਦੇਅਰ ਮਰਮਰਿੰਗ ਬ੍ਰੈਥ, ਜਿਹੜਾ ਉਹ ਹੌਲੀ ਹੌਲੀ ਸਾਹ ਲੈ ਰਿਹਾ ਨਾ, ਅਖੀਰਲਾ ਸਾਹ, ਉਹਨੂੰ ਵੀ ਉਹਨਾਂ ਨੇ ਛੱਡ ਦੇਣਾ। ਬ੍ਰੈਥ, ਸਾਹ। ਵੈਨ ਦੇ ਪੇਲ ਕੈਪਟਿਵ, ਜਦੋਂ ਉਹ ਪੀਲੇ ਹੋਏ ਅਪਰਾਧੀਆਂ ਵਾਂਗੂ, ਕਰੀਪ ਟੂ ਡੈਥ, ਕਰੀਪ ਟੂ ਡੈਥ, ਕਰੀਪ ਹੁੰਦਾ ਰਿੰਗਣਾ, ਪੇਟ ਦੇ ਪਰ ਰਿੰਗਣਾ। ਅਤੇ ਜਦੋਂ ਉਹ ਫਿਰ ਮੌਤ ਦੇ ਵੱਲ ਪੇਟ ਦੇ ਵੱਲ ਰੀਂਗਦੇ ਹੋਏ ਜਾਣਗੇ ਨਾ, ਪੀਲੇ ਪੈ ਹੋਏ ਚਿਹਰਿਆਂ ਦੇ ਨਾਲ, ਅਪਰਾਧੀਆਂ ਵਾਂਗੂ, ਕੈਦੀਆਂ ਵਾਂਗੂ, ਅਖੀਰ ਉੱਥੇ ਜਾ ਕੇ ਉਹਨਾਂ ਨੇ ਆਪਣਾ ਮਰਮਰਿੰਗ ਬ੍ਰੈਥ, ਜਿਹੜਾ ਹੌਲੀ ਹੌਲੀ ਅਖੀਰਲੇ ਸਾਹ ਵਾ ਨਾ, ਉਹਨਾਂ ਨੂੰ ਵੀ ਗਿਵ ਅਪ ਕਰ ਜਾਣਾ, ਛੱਡ ਦੇਣਾ ਉਹਨਾਂ ਨੇ, ਚਾਹੇ ਅੱਜ ਚਾਹੇ ਸਵੇਰੇ। ਇਹ ਅਖੀਰ ਹਰ ਕਿਸੇ ਨਾਲ ਹੋਣਾ ਹੀ ਹੋਣਾ। अर्ली और लेट दे स्टूप टू फीट, सवेरे ਜਾਂ ਅੱਜ ਜਾਂ ਭਲਕੇ ਹਰ ਇਨਸਾਨ ਨੇ ਸੰਸਾਰ ਤੋਂ ਚਲੇ ਜਾਣਾ। ਦ ਗਾਰਲੈਂਡ ਵਿਦਰ ਔਨ ਯੂਰ ਬ੍ਰੋ, ਦੈਨ ਬੋਸਟ ਨੋ ਮੋਰ ਯੂਰ ਮਾਈਟੀ ਡੀਡਸ ਅਪਾਊਨ ਡੈਥਸ ਪਰਪਲ ਆਲਟਰ, ਨਾਓ ਸੀ ਵੇਅਰ ਦ ਵਿਕਟਮ ਬਲੀਡਸ। ਦ ਗਾਰਲੈਂਡ, ਜਿਹੜੇ ਤੁਸੀਂ ਜਿੱਤ ਕੇ ਹਾਰ ਪਾਏ ਸੀ ਨਾ, ਆਪਣੇ ਗਲਾਂ ਦੇ ਵਿੱਚ ਤੁਹਾਡੇ ਲੋਕਾਂ ਨੇ ਪਾਏ ਸੀਗੇ, ਉਹ ਦ ਗਾਰਲੈਂਡ ਵਿਦਰ ਔਨ ਯੂਰ ਬ੍ਰੋ, ਤੁਹਾਡੇ ਸਿਰ 'ਤੇ, ਤੁਹਾਡੇ ਮੱਥੇ 'ਤੇ ਹੁਣ ਵਿਦਰ, ਕੁਮਲਾ ਜਾਣੇ ਆ, ਕੁਮਲਾ ਗਏ ਆ, ਬਲਕਿ ਵਿਦਰ, ਕੁਮਲਾਏ, ਮੁਰਝਾਏ, ਕਿਉਂਕਿ ਉਹਨਾਂ ਦੀ ਕੋਈ ਹੁਣ ਬਹੁਤੀ ਲੰਬੀ ਉਮਰ ਨਹੀਂ ਰਹਿ ਗਈ। ਜਿਵੇਂ ਤੁਹਾਡੀ ਜਿੱਤਾਂ ਦੀ ਬਹੁਤੀ ਉਮਰ ਲੰਬੀ ਨਹੀਂ ਨਾ ਰਹਿ ਗਈ, ਇਸੇ ਤਰ੍ਹਾਂ ਫੁੱਲ ਵੀ ਨਾਲ ਹੀ ਕੁਮਲਾ ਗਏ। ਦੈਨ ਬੋਸਟ ਨੋ ਮੋਰ, ਅਤੇ ਫਿਰ ਕੀ ਨਾ ਕਰੋ, ਆਪਣੀਆਂ ਸ਼ੇਖੀਆਂ ਹੁਣ ਮਾਰਨੀਆਂ ਬੰਦ ਕਰ ਦਿਓ। ਯੂਅਰ ਮਾਈਟੀ ਡੀਡਸ, ਆਪਣੇ ਵੱਡੇ ਵੱਡੇ ਕੰਮਾਂ ਦੀਆਂ, ਵੱਡੇ ਵੱਡੇ ਜਿਹੜੇ ਤੁਸੀਂ ਕਾਰਨਾਮੇ ਕੀਤੇ ਜ਼ਿੰਦਗੀ ਦੇ ਵਿੱਚ, ਉਹਨਾਂ ਦੀਆਂ ਸ਼ੇਖੀਆਂ ਮਾਰਨੀਆਂ ਬੰਦ ਕਰ ਦਿਓ, ਕਿਉਂਕਿ ਤੁਹਾਡੇ ਹੁਣ ਮੱਥੇ 'ਤੇ, ਤੁਹਾਡੇ ਸਿਰ 'ਤੇ, ਗਲਾਂ ਦੇ ਵਿੱਚ ਜਿਹੜੇ ਪਾਏ ਹੋਏ ਹਾਰ ਸੀ ਨਾ ਫੁੱਲਾਂ ਦੇ, ਉਹ ਹੁਣ ਕਮਲਾ ਗਏ ਨੇ। ਅਪਾਊਨ ਡੈਥਸ ਪਰਪਲ ਐਲਟਰ, ਨਾਓ ਸੀ ਵੇਅਰ ਦ ਵਿਕਟਮ ਬਲੀਡਸ, ਅਤੇ ਜਿੱਥੇ ਮੌਤ ਦਾ ਘਰ ਆ ਨਾ, ਜਿੱਥੇ ਅਖੀਰ ਇਨਸਾਨ ਨੇ ਚਲੇ ਜਾਣਾ, ਉੱਥੇ ਕੀ ਵੇਖੋ ਤੁਸੀਂ ਜਾ ਕੇ, ਵੇਖਣਾ ਪੈਣਾ, ਬਲਕਿ ਕੀ ਉੱਥੇ ਵੇਅਰ ਦਾ ਵਿਕਟਮ ਬਲੀਡਸ, ਚਾਹੇ ਵਿਕਟਰ ਚਾਹੇ ਵਿਕਟਮ। ਵਿਕਟਰ ਹੁੰਦਾ ਜਿਹਨੇ ਜਿੱਤ ਪ੍ਰਾਪਤ ਕੀਤੀ ਆ, ਜਿਹੜਾ ਤਗੜਾ ਸੀ। ਵਿਕਟਮ ਜਿਹੜਾ ਹਾਰ ਗਿਆ, ਜਿਹੜਾ ਮਾੜਾ ਸੀ। ਦੋਵੇਂ ਨਾਓ ਦੇ ਬੋਥ ਆਰ ਇਕੁਅਲ। ਵਿਕਟਰ ਅਤੇ ਵਿਕਟਮ ਦੋਵਾਂ ਦਾ ਖੂਨ ਵਗ ਰਿਹਾ ਉੱਥੇ, ਅਖੀਰ ਉੱਥੇ ਜਿੱਥੇ ਡੈਥ ਦੀ ਪਰਪਲ ਐਲਟਰ ਆ, ਜਿੱਥੇ ਉਹਦਾ ਮੌਤ ਦਾ ਘਰ ਹੈ ਨਾ, ਉੱਥੇ ਵਿਕਟਰ ਅਤੇ ਵਿਕਟਮ, ਜੇਤੂ ਅਤੇ ਹਾਰਿਆ ਹੋਇਆ, ਦੋਵੇਂ ਹੀ ਮੌਤ ਦੇ ਵਿਹੜੇ ਦੇ ਵਿੱਚ ਜਿਹੜੇ ਆ ਉਹ ਲਹੂ ਲੁਹਾਨ ਹੋ ਕੇ ਕੁਰਲਾ ਰਹੇ ਆ। ਅੱਗੇ ਪੋਇਟ ਕਹਿੰਦਾ, ਯੂਅਰ ਹੈਡਸ ਮਸਟ ਕਮ ਟੂ ਦਾ ਕੋਲਡ ਟੋਮ, only the actions of the just smell sweet the blossom in their dust। ਮੈਨੂੰ ਇੱਥੇ ਗੱਲ ਯਾਦ ਆ ਗਈ ਬਾਬਾ ਫਰੀਦ ਜੀ ਦੀ ਕਹੀ ਹੋਈ, ਕਹਿੰਦੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣਦੀ, ਸਿਰ ਵੀ ਮਿੱਟੀ ਖਾਏ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੈਂ ਤਾਂ ਚਾਹੁੰਦਾ, ਸੋਚਦਾ ਸੀ ਕਿ ਮੇਰੀ ਪੱਗ ਜਿਹੜੀ ਆ, ਉਹਦਾ ਤੁਰਲਾ ਉੱਚਾ ਰਹਿਣਾ ਚਾਹੀਦਾ, ਉਹ ਚਿੱਟੀ ਰਹਿਣੀ ਚਾਹੀਦੀ, ਉਹਨੂੰ ਕਿਤੇ ਡਸਟ ਨਹੀਂ ਲੱਗਣੀ ਚਾਹੀਦੀ, ਉੱਤੇ ਕੋਈ ਦਾਗ ਨਹੀਂ ਲੱਗਣਾ ਚਾਹੀਦਾ। ਫਰੀਦਾ ਮੈਂ ਭੁਲਾਵਾ ਪੱਗ ਦਾ, ਮੈਨੂੰ ਆਪਣਾ ਪੱਗ ਦਾ ਭੁਲੇਖਾ ਸੀਗਾ, ਮੱਤ ਮੈਲੀ ਹੋ ਜਾਏ, ਕਿ ਇਹਨੂੰ ਕਿਤੇ ਮੈਲੀ ਨਾ ਹੋ ਜਾਵੇ, ਗਹਿਲਾ ਰੂਹ ਨਾ ਜਾਣਦੀ। ਉਹ ਮੇਰੀ ਇਹ ਲਾਪਰਵਾਹ ਰੂਹ ਜਿਹੜੀ ਮੇਰੀ ਆਤਮਾ, ਇਹ ਨਹੀਂ ਜਾਣਦੀ, ਕੀ ਨਹੀਂ ਜਾਣਦੀ, ਕਿ ਸਿਰ ਵੀ ਮਿੱਟੀ ਖਾਏ। ਅਖੀਰ ਇਹ ਜਦੋਂ ਇਸ ਸੰਸਾਰ ਤੋਂ ਜਾਣਾ ਨਾ, ਫਿਰ ਪੱਗ ਦੇ ਉੱਤੇ ਤੁਰਲੇ ਨਹੀਂ ਰਹਿ ਜਾਣੇ, ਇਹਨਾਂ ਦੀਆਂ ਸ਼ਾਨਾਂ ਨਹੀਂ ਰਹਿ ਜਾਣੀਆਂ। ਅਤੇ ਜਦੋਂ ਇਨਸਾਨ ਨੂੰ ਮਰਨ ਤੋਂ ਬਾਅਦ ਕਬਰ 'ਚ ਦਫਨਾਇਆ ਜਾਣਾ, ਅਤੇ ਪੱਗ ਛੱਡੋ, ਉਹਦੇ 'ਤੇ ਸਿਰ 'ਚ ਮਿੱਟੀ ਪੈ ਜਾਣੀ ਹੈ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਆ, ਕਹਿੰਦੇ, ਬੰਕੇ ਬਾਲ ਪਾਗ ਸਿਰ ਡੇਰੀ, ਸੋਹਣੇ ਵਾਲ, ਸੋਹਣੀ ਪੱਗ ਜਿਹੜੀ ਤੂੰ ਟੇਢੀ ਕਰਕੇ ਵਧੀ ਹੈ ਨਾ,
ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਅਖੀਰ ਇਹ ਜਿਹੜਾ ਤੇਰਾ ਤਨ ਹੈ ਨਾ, ਤੇਰੇ ਸੋਹਣੇ ਵਾਲ, ਸੋਹਣੇ ਤੇਰੇ ਘੁੰਗਰਾਲੇ ਵਾਲ ਤੇ ਜਿਹੜੀ ਚੁਣ ਚੁਣ ਕੇ ਬੱਧੀ ਹੋਈ ਪੱਗ ਆ, ਇਹ ਕੀ ਹੋ ਜਾਣਾ, ਇਹ ਤੇਰਾ ਸਰੀਰ, ਇਹ ਸਾਰੇ ਚੀਜ਼ਾਂ, ਇਹ ਤਨ ਹੋਏਗੋ ਭਸਮ ਕੀ ਢੇਰੀ। ਉਹ ਇਹਨਾਂ ਨੇ ਤਾਂ ਸਵਾਦ ਹੀ ਇੱਕ ਢੇਰੀ ਬਣ ਜਾਣਾ, ਇਸ ਤੋਂ ਵੱਧ ਕੁਛ ਨਹੀਂ ਤੇਰੀ ਵੈਲਿਊ ਹੈਗੀ ਇਸ ਸੰਸਾਰ ਦੇ ਵਿੱਚ ਬੰਦਿਆ। ਸੋ ਕਹਿੰਦੇ ਯੂਅਰ ਹੈਡ ਮਸਟ ਕਮ ਟੂ ਦਾ ਕੋਲ ਟੋਮ, ਕਬਰਾਂ ਦੇ ਵਿੱਚ ਤੇਰਾ ਹੈਡ, ਤੇਰਾ ਸਿਰ ਠੰਡੀਆਂ ਯਹ ਕਬਰਾਂ ਦੇ ਵਿੱਚ ਆ ਜਾਣਾ, ਪੈ ਜਾਣਾ ਮਰਨ ਤੋਂ ਬਾਅਦ। ਓਨਲੀ ਦਾ ਐਕਸ਼ਨਸ ਆਫ ਜਸਟ, ਤੇ ਜਿਹੜੇ ਕੰਮ ਹੈ ਨਾ ਚੰਗੇ ਕੀਤੇ, ਜਸਟ ਕਿਸੇ ਨਾਲ ਨਿਆਂ ਕੀਤਾ, ਕਿਸੇ ਨਾਲ ਕੋਈ ਚੰਗਾ ਵਿਹਾਰ ਕੀਤਾ, ਕਿਸੇ ਮਾੜੇ ਨੂੰ ਉਹਦਾ ਹੱਕ ਦਵਾਇਆ, ਸਿਰਫ ਇਹ ਜਿਹੜੇ ਕੰਮ ਹੈ ਨਾ, ਉਹਨਾਂ ਨੇ ਹੀ ਸਮੈਲ ਸਵੀਟ ਐਂਡ ਬਲੌਸਮ ਇਨ ਦੇਅਰ ਡਸਟ। ਤੇ ਉਹ ਜਿਹੜੀ ਮਿੱਟੀ ਹੈ ਨਾ, ਜਿੱਥੇ ਤੂੰ ਦਫਨਾਇਆ ਹੋਏਗਾ ਮੌਤ ਤੋਂ ਬਾਅਦ, ਜਿਹੜੀ ਕਬਰ ਦੇ ਵਿੱਚ, ਉੱਥੇ ਤੇਰੇ ਇਹਨਾਂ ਕੰਮਾਂ ਨੇ ਜਿਹੜੇ ਜਸਟ, ਜਿਹੜੇ ਨਿਆਂਪੂਰਵਕ ਕਿਸੇ ਗਰੀਬ ਦਾ ਹੱਕ ਦਵਾਇਆ ਹੋਊ, ਕਿਸੇ ਦੇ ਨਾਲ ਭਲਾ ਕੀਤਾ ਹੋਊ, ਇਹਨਾਂ ਕੰਮਾਂ ਨੇ ਉੱਥੇ ਸੋਹਣੀ ਸਮੈਲ, ਮਿੱਠੀ ਮਿੱਠੀ ਸਮੈਲ ਜਿਹੜੀ ਆ ਉਹ ਖਿਲਾਰਨੀ ਆ, ਐਂਡ ਬਲੌਸਮ ਇਨ ਦੇਅਰ ਡਸਟ। ਤੇ ਉੱਥੇ ਉਸ ਘੱਟੇ ਦੇ ਵਿੱਚ, ਉਸ ਮਿੱਟੀ ਦੇ ਵਿੱਚ ਫੁੱਲਾਂ ਨੇ ਖਿੜਨਾ ਤੇ ਲੋਕਾਂ ਨੇ ਤੈਨੂੰ ਯਾਦ ਕਰਨਾ। ਸੋ ਦਿਸ ਵਾਜ਼ ਦਾ ਪੋਇਮ ਰਿਟਨ ਬਾਈ ਜੇਮਸ ਸ਼ਰਲੇ। ਪੋਇਮ ਜਿਹੜੀ ਆ ਸਟੂਡੈਂਟਸ ਬੜੀ ਹੀ, ਮੈਂ ਸਮਝਦਾ ਕਿ ਹਰ ਇਨਸਾਨ ਨੂੰ, ਬੱਚੇ ਨੂੰ ਨਹੀਂ, ਸਾਰੇ ਇਨਸਾਨਾਂ ਨੂੰ ਪੜ੍ਹਨੀ ਚਾਹੀਦੀ ਆ। ਔਰ ਜਿਹੜਾ ਬੰਦਾ ਇਸ ਪੋਇਮ ਨੂੰ ਪੜ੍ਹ ਲਵੇ, ਸਮਝ ਲਵੇ, ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਇਦ ਮੈਂ ਸਮਝਦਾ ਕਿ ਕਿਸੇ ਨਾਲ ਧੋਖਾ ਨਹੀਂ ਕਰੂਗਾ, ਕਿਸੇ ਦਾ ਹੱਕ ਨਹੀਂ ਖਾਊਗਾ, ਜਿਹੜਾ ਹੰਕਾਰ ਦੇ ਵਿੱਚ ਸ਼ੇਖੀਆਂ ਨਹੀਂ ਮਾਰੂਗਾ, ਕਿਉਂਕਿ ਉਹਨੂੰ ਇੱਕ ਦਿਨ ਪਤਾ ਲੱਗ ਜੂ ਕਿ ਆਖਰ ਇਸ ਸੰਸਾਰ ਦੇ ਵਿੱਚੋਂ ਇੱਕ ਦਿਨ ਚਲੇ ਜਾਣਾ। ਤੇ ਜਿਹੜੇ ਲੋਕ ਗਰੀਬ ਦੇ ਨਾਲ ਮਾੜਾ ਵਿਹਾਰ ਕਰਦੇ ਨੇ ਨਾ, ਜਾਂ ਰੇਸ਼ੀਅਲ ਡਿਸਟਿੰਕਸ਼ਨ ਕਰਦੇ ਨੇ, ਰੇਸ਼ੀਅਲ ਪੱਖਪਾਤ ਕਰਦੇ ਨੇ ਕਿ ਉਹ ਬੰਦਾ ਫਲਾਣੀ ਜਾਤ ਦਾ, ਮੈਂ ਫਲਾਣੀ ਜਾਤ ਦਾ, ਮੈਂ ਉੱਚੀ ਜਾਤ ਦਾ, ਉਹ ਨੀਵੀਂ ਜਾਤ ਦਾ, ਉਹਨਾਂ ਨੂੰ ਵੀ ਪਤਾ ਲੱਗ ਜੂ ਕਿ ਅਖੀਰ ਜਦੋਂ ਬੰਦੇ ਦੀ ਮੌਤ ਆਉਂਦੀ ਹੈ ਨਾ, ਤੇ ਉੱਚੀ ਹੋਵੇ, ਛੋਟੀ ਹੋਵੇ, ਨਿੱਕੀ ਹੋਵੇ ਜਾਤ, ਰੰਗ ਕਾਲਾ ਹੋਵੇ, ਗੋਰਾ ਹੋਵੇ, ਬੰਦਾ ਅਮੀਰ ਹੋਵੇ, ਗਰੀਬ ਹੋਵੇ, ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਉੱਥੇ ਉਹਦੇ ਸਾਹਮਣੇ ਸਾਰੇ ਬਰਾਬਰ। ਸੋ ਇਹ ਸੀ ਪੋਇਮ ਡੈਥ ਦਾ ਲੈਵਲਰ। ਆਈ ਹੋਪ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਵੀ ਆਈ ਹੋਏਗੀ। ਤੁਸੀਂ ਜੇ ਇਹਨੂੰ ਪਸੰਦ ਕਰਦੇ ਹੋ, ਇੰਜੋਏ ਕੀਤਾ ਇਹਨੂੰ, ਤੇ ਜ਼ਰੂਰ ਇਸ ਪੋਇਮ ਨੂੰ ਸ਼ੇਅਰ ਵੀ ਕਰੋ, ਲਾਈਕ ਵੀ ਕਰੋ। ਥੈਂਕ ਯੂ ਸੋ ਮਚ।